ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 23 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਅਮਰਜੀਤ ਸਿੰਘ ਫਰਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਫਰਾਂਸ, ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਲਈਏ ਤੇ ਅੱਜ USA ਦੇ ਵਿੱਚ ਆਲਰੇਡੀ 2 ਮਾਸ ਸ਼ੂਟਿੰਗ ਹੋ ਚੁੱਕੀਆਂ ਆ। ਆਪਣੇ ਕੈਲੀਫੋਰਨੀਆ ਦੇ ਵਿੱਚ ਲਾਗੇ ਏਰੀਏ ਦੇ ਹਾਫ ਮੂਨ ਵੇ ਜੋ ਏਰੀਆ ਆ, ਉੱਥੇ ਕੁਝ ਮਿੰਟ ਪਹਿਲਾਂ ਮਾਸ ਸ਼ੂਟਿੰਗ ਹੋਈ ਆ, ਜਿਹਦੇ ਵਿੱਚ ਮਲਟੀਪਲ ਵਿਕਟਮਸ ਦੱਸੇ ਜਾ ਰਹੇ ਆ। ਹੁਣ ਤੱਕ ਜਿੰਨੀਆਂ ਕਨਫਰਮ ਰਿਪੋਰਟਸ ਆਈਆਂ, ਉਹਨਾਂ ਦੇ ਮੁਤਾਬਕ 7 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਇਸ ਸੰਬੰਧ ਦੇ ਵਿੱਚ ਇੱਕ ਚਾਈਨੀਜ਼ ਮੂਲ ਦੇ ਜੋ ਸਸਪੈਕਟ ਆ, ਉਸ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਯੂਜ਼ਲੀ ਫਾਰਮ ਦੇ ਵਿੱਚ ਖੇਤਾਂ 'ਚ ਕੰਮ ਕਰਦੇ ਸੀ, ਜਿੱਥੇ ਇਹ ਸ਼ੂਟਿੰਗ ਹੋਈ ਹੈਗੀ ਆ। ਸੋ 7 ਕਨਫਰਮ ਡੈਡ ਆ ਤੇ ਸਸਪੈਕਟ ਨੂੰ ਆਪਣੇ ਕਬਜ਼ੇ 'ਚੋਂ ਨਹੀਂ ਲੈ ਲਿਆ ਪੁਲਿਸ ਵਾਲਿਆਂ ਨੇ। ਪਰ ਬੜੀ ਹੈਰਾਨੀ ਦੀ ਗੱਲ ਆ, ਜਿਹੜੀ ਕੱਲ ਮਾਸ ਸ਼ੂਟਿੰਗ ਹੋਈ ਸੀ ਉਹ 'ਚ 73 ਸਾਲਾਂ ਦਾ ਵੀਤਨਾਮੀਜ਼ ਮੂਲ ਦਾ ਇੱਕ ਬੰਦਾ ਸੀ, ਤੇ ਅੱਜ ਜਿਹੜੀ ਸ਼ੂਟਿੰਗ ਹੋਈ ਆ ਇਹਦੇ 'ਚ 67 ਸਾਲਾਂ ਦਾ ਚਾਈਨੀਜ਼ ਮੂਲ ਦਾ ਬੰਦਾ ਆ, ਜ਼ਾਓ ਚੁਨਲੀ। ਸੋ ਇਹ ਸਾਰੇ ਚਾਈਨੀਜ਼ ਫਾਰਮ ਵਰਕਰ ਸੀ ਜੋ ਹਾਫ ਮੂਨ ਵੇ ਦੇ ਕੌਂਸਲ ਮੈਂਬਰ ਡੈਬੀ ਰਡਕ ਆ, ਉਹਨਾਂ ਨੇ ਦੱਸਿਆ ਆ। ਇਸ ਸੰਬੰਧ ਦੇ ਵਿੱਚ ਹਾਈਵੇ 92, ਹਾਈਵੇ 1 ਤੇ ਹਾਈਵੇ 35 ਸਾਰੇ ਹੀ ਲੇਨਸ ਕਲੋਜ਼ ਕਰ ਦਿੱਤੇ ਗਏ ਆ। ਜੀ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਜਦ ਅੱਜ ਅਸੀਂ ਦੁਪਹਿਰੇ ਪ੍ਰੋਗਰਾਮ ਕਰ ਰਹੇ ਸੀ, ਉਸ ਦੌਰਾਨ ਹੀ ਆਇਓਵਾ ਡਾਸ ਮੈਨੋਸ ਦੇ ਵਿੱਚ ਉੱਥੇ ਵੀ ਇੱਕ ਸ਼ੂਟਿੰਗ ਹੋਈ, ਜਿਸ ਦੇ ਵਿੱਚ 2 ਵਿਦਿਆਰਥੀ ਉਹਨਾਂ ਦੀ ਸਟੂਡੈਂਟਸ ਆ, ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉਹ ਆਈ ਆ। ਉੱਥੇ ਸਸਪੈਕਟ ਨੂੰ ਅਜੇ ਭਾਲ ਜਿਹੜੀ ਆ ਉਸ ਟਾਈਮ ਜਾਰੀ ਸੀ, ਤੇ ਅਜੇ ਮੈਨੂੰ ਲੱਗਦਾ ਆ ਵੀ ਉਹ ਅਜੇ ਫੜਿਆ ਨਹੀਂ ਗਿਆ। ਤੇ ਉਸ ਤੋਂ ਪਹਿਲਾਂ ਹੀ ਇੱਥੇ ਸੈਨ ਮਟੇਓ ਕਾਊਂਟੀ ਦੇ ਵਿੱਚ ਹਾਫ ਮੂਨ ਵੇ ਦੇ ਵਿੱਚ ਇੱਕ ਹੋਰ ਗੋਲੀकांड ਜਿਹੜਾ ਉਹ ਵਾਪਰ ਗਿਆ ਹੈਗਾ ਆ। ਅਜੇ ਕੱਲ ਜਿਹੜਾ ਹਰਜੋਤ ਸਿੰਘ ਜੀ ਲੂਨਰ ਨਿਊ ਈਅਰ ਦੇ ਉੱਤੇ ਇਹ ਮੌਨਰੇ ਜਿਹੜਾ ਸ਼ਹਿਰ ਹੈਗਾ ਆ, ਵੀਕਐਂਡ ਦੇ ਦੌਰਾਨ ਜਿਹੜਾ ਮੌਨਰੇ ਇਲਾਕਾ ਆ, ਉੱਥੇ ਜਿਹੜੀ ਆ ਇਹ ਇੱਕ ਮਾਸ ਸ਼ੂਟਿੰਗ ਆ ਉਹ ਵਾਪਰੀ ਸੀਗੀ। ਉਸ ਸ਼ੂਟਿੰਗ ਦੀ ਅਪਡੇਟ ਦੱਸਦੇ ਜਾਈਏ। 10 ਜਣੇ ਪਹਿਲਾਂ ਮਰ ਚੁੱਕੇ ਸੀ। ਅੱਜ 11ਵਾਂ ਵਿਅਕਤੀ ਜਿਹੜਾ ਆ ਉਹ ਆਪਣੇ ਹਸਪਤਾਲ ਦੇ ਵਿੱਚ ਦਮ ਤੋੜ ਗਿਆ ਹੈਗਾ। ਤੇ ਹੁਣ ਜਿਹੜੀ ਆ ਉਸ ਸ਼ੂਟਿੰਗ ਦੇ ਵਿੱਚ ਮੌਨਰੇ ਪਾਰਕ ਵਾਲੀ 'ਚ ਸ਼ੂਟਿੰਗ 'ਚ ਪਰਸਨਲ ਮੋਟਿਵ ਜਿਹੜਾ ਕਹਿੰਦੇ ਆ ਵੀ ਉਹ ਦੱਸਿਆ ਜਾ ਰਿਹਾ ਹੈਗਾ ਆ। ਸੋ ਬੜੇ ਮੰਦਭਾਗੇ ਜਿਹੜੇ ਹਰਜੋਤ ਸਿੰਘ ਜੀ ਇਸ ਮਾਮਲੇ ਦੇ ਵਿੱਚ ਇਸ ਟਾਈਮ ਦਿਨ ਚੱਲ ਰਹੇ ਨੇ। ਜੀ ਬਿਲਕੁਲ। ਸੋ 2 ਮਾਸ ਸ਼ੂਟਿੰਗਸ ਅੱਜ ਦੇ ਇਕੱਲੇ ਦਿਨ ਦੇ ਵਿੱਚ ਹੋ ਗਈਆਂ ਹੈਗੀਆਂ। ਅਗਲੀ ਖਬਰ ਵੱਲ ਚਲੀਏ, ਜੋ ਮੋਨਰੇ ਵੇ ਦੇ ਸੰਬੰਧ ਦੇ ਵਿੱਚ ਆ। ਮੋਨਰੇ ਵੇ ਲਾਸ ਐਂਜਲਸ ਵਾਲਾ ਏਰੀਆ, ਜਿੱਥੇ ਕੱਲ ਮਾਸ ਸ਼ੂਟਿੰਗ ਹੋਈ ਸੀ, ਤੇ ਕਹਿੰਦੇ ਵੀ ਜੋ ਇਨਵੈਸਟੀਗੇਟਰ ਨੇ ਫਾਈਂਡ ਆਊਟ ਕੀਤਾ, ਕਿਉਂਕਿ ਉਸ ਨੂੰ ਤਾਂ ਜਿਹੜਾ ਆ ਮਾਰ ਦਿੱਤਾ ਗਿਆ ਜਾਂ ਉਸਨੇ ਆਪਣੇ ਆਪ ਗੋਲੀ ਮਾਰ ਲਈ ਸੀ, ਜਿਹੜਾ ਇਹ ਸਸਪੈਕਟ ਸੀ ਉਸ ਸ਼ੂਟਿੰਗ ਦੇ ਵਿੱਚ। ਉਸਦੇ ਘਰੋਂ ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਐਮੂਨੀਸ਼ਨ ਦੇ ਰਾਉਂਡਸ ਮਿਲੇ ਹੈਗੇ ਆ। ਸੋ 72 ਸਾਲਾਂ ਦਾ ਓਲਡ ਗਨਮੈਨ ਜਿਸ ਨੇ ਇਹ ਮਾਸ ਸ਼ੂਟਿੰਗ ਕੈਰੀ ਆਊਟ ਕੀਤੀ ਸੀ। ਸੋ ਇਹ ਬੜੇ ਹਰ ਇੱਕ ਨੂੰ ਸਰਪ੍ਰਾਈਜ਼ ਕਰਨ ਵਾਲੀ ਗੱਲ ਆ ਵੀ ਇੰਨੇ ਜਿਹੜੇ ਓਲਡ ਬੰਦੇ ਆ ਉਹ ਕਿਸ ਤਰ੍ਹਾਂ ਮਾਸ ਸ਼ੂਟਿੰਗ ਦੇ ਵਿੱਚ ਇਨਵੋਲਵ ਹੈਗੇ ਆ। ਸੋ ਅੱਜ ਵਾਲਾ 67 ਸਾਲਾਂ ਦਾ ਆ ਤੇ ਕੱਲ ਵਾਲਾ ਜਿਹੜਾ ਸੀ ਉਹ 73 ਸਾਲਾਂ ਦਾ ਸੀ। ਜੀ
ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸਾਬਕਾ FBI ਦਾ ਅਧਿਕਾਰੀ ਜਿਹੜਾ ਆ ਇਹ ਮੰਨਿਆ ਜਾ ਰਿਹਾ ਆ ਇੱਕ ਸੈਂਕਸ਼ਨਡ ਰਸ਼ੀਅਨ ਓਲੀਗਾਰਕ ਦੇ ਲਈ ਕੰਮ ਕਰਦਾ ਰਿਹਾ ਹੈ। ਪ੍ਰੋਸੀਕਿਊਟਰਸ ਨੇ ਹੁਣ ਇਸ ਬਾਬਤ ਇਹ ਦਾਅਵਾ ਕੀਤਾ ਆ। ਰਸ਼ੀਅਨ ਓਲੀਗਾਰਕ ਓਲੈਗ ਡੈਰੀਪਾਸਕਾ ਇਸ ਨੂੰ ਸੈਂਕਸ਼ਨ ਕੀਤਾ ਹੋਇਆ ਹੈ ਅਮਰੀਕਾ ਦੇ ਵਿੱਚ, ਪਰ ਇੱਕ ਸਾਬਕਾ ਟਾਪ ਦਾ FBI ਅਧਿਕਾਰੀ ਆ ਉਸ ਨੂੰ ਇਸ ਦੇ ਲਈ ਕੰਮ ਕਰਨ ਦੇ ਲਈ ਚਾਰਜ ਕੀਤਾ ਗਿਆ ਆ। ਚਾਰਲਸ ਮੈਕਗੋਨਿਕਲ ਜਿਹਨੇ ਕਿ FBI ਦੀ ਕਾਊਂਟਰ ਇੰਟੈਲੀਜੈਂਸ ਡਿਵੀਜ਼ਨ ਨਿਊਯਾਰਕ ਦੇ ਵਿੱਚ ਲੀਡ ਕਰ ਰਿਹਾ ਸੀ, ਰਿਟਾਇਰ ਹੋਣ ਤੋਂ ਪਹਿਲਾਂ 2018 'ਚ ਉਸ ਦੇ ਉੱਤੇ ਇਹ ਦੋਸ਼ ਲੱਗੇ ਆ। ਆਲਦੋ ਹੁਣ ਇਹਨੂੰ ਇਸ ਮੌਕੇ ਜਿਹੜਾ 5 ਲੱਖ ਦੇ ਬੌਂਡ ਦੇ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਵੀਕਐਂਡ ਦੇ ਉੱਤੇ ਇਸ ਨੂੰ ਹਿਰਾਸਤ 'ਚ ਲਿਆ ਗਿਆ ਸੀ। 54 ਸਾਲਾ ਜਿਹੜਾ ਚਾਰਲਸ ਆ ਇਹ 2021 ਦੇ ਵਿੱਚ ਕਹਿੰਦੇ ਆ ਵੀ ਡੈਰੀ ਪਾਸਕਾ ਦੇ ਕੋਲੋਂ ਇਹਨੂੰ ਕੰਸੀਲਡ ਪੇਮੈਂਟਸ ਜਿਹੜੀਆਂ ਆ ਉਹ ਮਿਲੀਆਂ ਸੀਗੀਆਂ। 2018 ਦੇ ਵਿੱਚ ਇਸ ਰਸ਼ੀਅਨ ਓਲੀਗਾਰਕ ਨੂੰ ਅਮਰੀਕਾ ਨੇ ਸੈਂਕਸ਼ਨ ਜਿਹੜਾ ਉਹ ਕਰ ਦਿੱਤਾ ਸੀਗਾ। ਜੀ ਅਗਲੀ ਖਬਰ ਚਲੀ ਅੱਜ ਸਵੇਰ ਤੋਂ ਹੀ ਬਹੁਤ ਹੀ ਤੇਜ਼ ਹਵਾਵਾਂ ਜੋ ਆ ਉਹ ਕੈਲੀਫੋਰਨੀਆ 'ਚ ਚੱਲੀਆਂ। ਕਹਿੰਦੇ ਪਏ 30 ਮੀਲ ਪਰ ਆਵਰ ਦੇ ਹਿਸਾਬ ਨਾਲ ਜੋ ਗਸਟੀ ਵਿੰਡ ਸੀਗੀਆਂ ਉਹ ਲਗਭਗ ਪੂਰੇ ਕੈਲੀਫੋਰਨੀਆ 'ਚ ਚੱਲੀਆਂ, ਜਿਹਦੇ ਨਾਲ ਬਹੁਤ ਸਾਰੇ ਟਰੀ ਜੋ ਆ ਦਰਖਤ ਆ ਉਹ ਵੀ ਟੁੱਟੇ ਹੈਗੇ ਆ। ਤੇ ਸ਼ਾਮ ਦੇ ਵਿੱਚ ਸ਼ਾਮ ਵਾਲੇ ਟਾਈਮ 'ਚ ਇਸ ਟਾਈਮ ਥੋੜ੍ਹੀਆਂ ਹਵਾਵਾਂ ਦੀ ਜਿਹੜੀ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਜ਼ੋਰ ਸੀ ਉਹ ਘਟ ਗਿਆ ਹੈਗਾ। ਸੋ ਉਹ ਹਵਾ ਦੀ ਜੋ ਰਫ਼ਤਾਰ ਆ ਉਹ ਕਾਫੀ ਘਟੀ ਹੈਗੀ ਆ। ਸਵੇਰੇ ਠੰਡ ਵੀ ਕਾਫੀ ਸੀ ਤੇ ਫਰੋਸਟ ਆਪਾਂ ਕਹਿ ਦਿੰਦੇ ਆ ਤੇ ਉਹ ਕਾਫੀ ਜ਼ਿਆਦਾ ਸੀਗੀ। ਆਫਟਰਨੂਨ ਦੇ ਵਿੱਚ ਇਹ ਸਾਰਾ ਕੁਝ ਸਾਫ਼ ਹੋ ਗਿਆ। ਸੋ ਮੌਸਮ ਇੱਕਦਮ ਜਿਹੜਾ ਨਾਰਮਲ ਸੀ ਉਹ ਤੋਂ ਹੁਣ ਬਹੁਤ ਠੰਡਾ ਹੋ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ 22 ਸਾਲਾਂ ਦਾ ਇੱਕ ਕਾਲਜ ਦਾ ਸੀਨੀਅਰ ਉਹ ਇਸ ਟਾਈਮ ਲਾਪਤਾ ਦੱਸਿਆ ਜਾ ਰਿਹਾ ਆ। ਹਮਜ਼ਾ ਅਲ ਸਊਦੀ ਸੈਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ ਦਾ ਸਟੂਡੈਂਟ ਬੀਤੇ ਵੀਰਵਾਰ ਦਾ ਲਾਪਤਾ ਦੱਸਿਆ ਜਾ ਰਿਹਾ ਆ। ਐਸਪਲੈਂਡੇ ਬੀਚ ਪੈਸੀਫਿਕਾ ਕੈਲੀਫੋਰਨੀਆ ਦੇ ਵਿੱਚ ਪੋਲਰ ਪਲੰਜ ਦੇ ਲਈ ਕਹਿੰਦੇ ਇਹ ਗਿਆ ਸੀਗਾ। 19 ਜਨਵਰੀ ਦੀ ਸਵੇਰੇ 10:30 ਵਜੇ ਕਹਿੰਦੇ ਪੁਲਿਸ ਨੂੰ ਸੱਦਿਆ ਗਿਆ ਸੀਗਾ ਬੀਚ ਦੇ ਉੱਤੇ, ਕਿਉਂਕਿ ਵੀ ਕਹਿੰਦੇ ਵੀ ਸਵਿਮਰ ਜਿਹੜਾ ਆ ਉਹ ਡਿਸਟ੍ਰੈਸ ਦੇ ਵਿੱਚ ਸੀ। 22 ਸਾਲਾਂ ਦਾ ਅਲ ਸਊਦੀ ਕਹਿੰਦੇ ਵੀ ਇਸ ਨੂੰ ਇੱਕ ਵੱਡੀ ਜਿਹੜੀ ਵੇਵ ਆ ਉਸ ਨੇ ਹਿੱਟ ਕੀਤਾ ਤੇ ਬਾਅਦ ਦੇ ਵਿੱਚ ਉਹ ਹੋਰ ਜ਼ਿਆਦਾ ਆ ਤੱਟ ਤੋਂ ਦੂਰ ਹੋ ਗਿਆ। ਉਹਦੇ ਨਾਲ 2 ਹੋਰ ਜਾਣੇ ਸੀਗੇ ਜਿਹੜੇ ਸਵਿਮ ਕਰਕੇ ਸ਼ੋਰ ਦੇ ਉੱਤੇ ਤੱਟ ਦੇ ਉੱਤੇ ਪਹੁੰਚ ਗਏ ਤੇ ਉਹਨਾਂ ਨੇ 911 ਕਾਲ ਕੀਤੀ ਸੀ। US ਕੋਸਟ ਗਾਰਡ ਨੇ 에ਅਰਕ੍ਰਾਫਟ ਸਰਵਿਸ ਵੈਸਲ ਜਿਹੜਾ ਆ ਉਹ ਘੱਲਿਆ ਅਲ ਸਊਦੀ ਨੂੰ ਲੱਭਣ ਦੇ ਲਈ, ਪਰ ਅਜੇ ਤੱਕ ਵੀ ਉਹ ਲਾਪਤਾ ਦੱਸਿਆ ਜਾਂਦਾ। ਬਗਦਾਦ ਦਾ ਜੰਮਿਆ ਇਰਾਕ ਤੋਂ ਅਲ ਸਊਦੀ ਸੈਨ ਫਰਾਂਸਿਸਕੋ ਸਟੇਟ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਵਿੱਚ ਮੇਜਰ ਇਹ ਕਰ ਰਿਹਾ ਸੀਗਾ ਤੇ ਮਾਈਨਰ ਕਰ ਰਿਹਾ ਸੀਗਾ ਅਰਬ ਸਟੱਡੀਜ਼ ਦੇ ਵਿੱਚ। ਕਾਲਜ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ। ਸੋ ਇਹ ਹੁਣ ਬੜੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਆ ਰਹੀ ਆ। ਨਿਆਣਿਆਂ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਹ ਚੱਲਦੀਆਂ ਰਹਿੰਦੀਆਂ ਆ। ਪੋਲਰ ਪਲੰਜ ਜਿਹੜਾ ਹਰਜੋਤ ਸਿੰਘ ਜੀ ਕਈ ਵਾਰੀ ਚੈਰੀਟੇਬਲ ਆਰਗੇਨਾਈਜੇਸ਼ਨਸ ਦੇ ਦੁਆਰਾ ਮਨੀ ਰੇਜ਼ ਕਰਨ ਦੇ ਲਈ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਹੁਣ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਕੀ ਮਕਸਦ ਜਿਹੜਾ ਇਸ ਦਾ ਰਿਹਾ ਹੋਊਗਾ, ਪਰ ਇਸ ਟਾਈਮ ਇਹ ਲਾਪਤਾ ਦੱਸਿਆ ਜਾ ਰਿਹਾ ਆ। ਤੇ ਹਰਜੋਤ ਸਿੰਘ ਜੀ ਕਿਉਂਕਿ 19 ਤਰੀਕ ਦਾ ਲਾਪਤਾ ਆ, ਬਚਣ ਦੀ ਸੰਭਾਵਨਾ ਇਸ ਦੀ ਘੱਟ ਜਤਾਈ ਜਾ ਰਹੀ। ਜੀ, ਅੱਜ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਹਾਈਵੇ 5 ਦੇ ਉੱਤੇ ਸੈਕਰਾਮੈਂਟੋ ਦੇ ਵਿੱਚ ਇੱਕ ਬਹੁਤ ਵੱਡੇ ਵਿਗਰੇਕ ਦਾ ਐਕਸੀਡੈਂਟ ਹੋਇਆ ਸੀ ਟਰੱਕ ਦਾ, ਤੇ ਜਿੱਥੇ ਟਰੱਕ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। 8:44 ਦੇ ਉੱਤੇ ਅੱਜ ਸਵੇਰੇ ਘਟਨਾ ਵਾਪਰੀ ਸੀ। ਕਾਲਟ੍ਰੇਨ ਨੇ ਕਿਹਾ ਵੀ 6 ਵਜੇ ਤੱਕ, ਜਾਣੀ ਕਿ ਹੁਣ ਤੱਕ ਇਹ ਜੋ ਹਾਈਵੇ ਆ ਉਸ ਨੂੰ ਖੋਲ ਦਿੱਤਾ ਜਾਊਗਾ। ਸੋ ਡਰਾਈਵਰ ਦੀ ਕੰਡੀਸ਼ਨ ਹਜੇ ਤੱਕ ਅਪਡੇਟ ਨਹੀਂ ਕੀਤੀ ਗਈ ਉੱਥੇ ਦੇ ਜੋ ਆਫੀਸ਼ੀਅਲਸ ਆ ਸੈਕਰਾਮੈਂਟੋ ਦੇ ਉਹਨਾਂ ਵੱਲੋਂ, ਪਰ ਡਰਾਈਵਰ ਨੂੰ ਹਸਪੀਟਲਾਈਜ਼ ਜ਼ਰੂਰ ਕੀਤਾ ਗਿਆ ਸੀਗਾ। ਕਹਿੰਦੇ ਭਈ 15 ਲੇਨ ਦਾ ਇਹ ਹਾਈਵੇ ਬੰਦ ਰਿਹਾ ਬਹੁਤ ਲੰਮਾ ਸਮਾਂ। ਸੋ ਜਦੋਂ ਇੰਨਾ ਲੰਮਾ ਸਮਾਂ ਬੰਦ ਰਹੇ ਇੱਦਾਂ ਦੇ ਹਾਈਵੇ ਤਾਂ ਪੂਰੀ ਪੂਰੀ ਜਿਹੜੀ ਹਲਚਲ ਆ ਉਹ ਹੋ ਜਾਂਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਲਗਾਤਾਰ ਕਿੰਨੇ ਸਟਾਰਮਸ ਕੈਲੀਫੋਰਨੀਆ ਦੇ ਵਿੱਚ ਆਏ। ਬਹੁਤ ਸਾਰੀਆਂ ਜਿਹੜੀਆਂ ਡਰਾਊਟ ਦੀਆਂ ਕੰਡੀਸ਼ਨਸ ਆ ਉਸ ਦੇ ਵਿੱਚ ਕਹਿੰਦੇ ਵੀ ਫਰਕ ਪਿਆ ਜਿਹੜਾ ਉਹ ਹੋ ਸਕਦਾ ਆ।
ਪਰ ਇਸ ਚੀਜ਼ ਦੇ ਜਿਹੜੇ ਬਾਵਜੂਦ ਸੋਕੇ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਣ ਦੇ ਬਾਵਜੂਦ ਵੀ ਸਟੇਟ ਦੇ ਜਿਹੜੇ ਵਾਟਰ ਲੀਡਰਸ ਆ, ਉਹਨਾਂ ਦੇ ਦੁਆਰਾ ਇਹ ਕੋਸ਼ਿਸ਼ਾਂ ਇਸ ਟਾਈਮ ਤੇਜ਼ ਹੋ ਚੁੱਕੀਆਂ ਨੇ ਵੀ ਕਿਉਂਕਿ ਕਹਿੰਦੇ ਡਰਾਈ ਸੀਜ਼ਨ ਤਾਂ ਆਉਣਾ ਹੀ ਆਉਣਾ ਆ। ਸੋ ਉਹਨਾਂ ਨੇ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਨੇ ਪਾਰਟਨਰਸ਼ਿਪ ਜਿਹੜੀ ਸ਼ੁਰੂ ਕੀਤੀ ਆ ਹੋਰ ਸਟੇਟ, ਲੋਕਲ ਗਵਰਨਮੈਂਟ ਸਾਇੰਟਿਸਟ ਤੇ ਕਮਿਊਨਿਟੀ ਮੈਂਬਰਸ ਦੇ ਨਾਲ ਇੱਕ ਨਵੀਂ ਟਾਸਕ ਫੋਰਸ ਬਣਾਉਣ ਦੇ ਲਈ ਡਰਾਊਟ ਰੈਜ਼ਿਲੀਅੰਸ ਇੰਟਰ ਏਜੰਸੀ ਐਂਡ ਪਾਰਟਨਰਸ ਕੋਲੈਬੋਰੇਟਿਵ ਸੈਨੇਟ ਬਿੱਲ 552 ਤੋਂ ਬਾਅਦ ਦੇ ਵਿੱਚ ਇਹ ਜਿਹੜਾ ਗਰੁੱਪ ਆ ਡ੍ਰਿਪ ਗਰੁੱਪ ਜਿਸ ਨੂੰ ਆਖਿਆ ਜਾਂਦਾ ਆ ਉਹ ਕ੍ਰੀਏਟ ਕੀਤਾ ਗਿਆ ਸੀ 2021 ਦੇ ਵਿੱਚ, ਜਿਹਦੇ ਵਿੱਚ ਇਹ ਮੱਦ ਸੀਗੀ ਵੀ ਜਿਹੜੀਆਂ ਸਟੇਟ ਏਜੰਸੀਜ਼ ਆ ਉਹਨਾਂ ਨੂੰ ਪਹਿਲਾਂ ਤੋਂ ਵਧੀਆ ਪ੍ਰੋਐਕਟਿਵ ਸਟਾਂਸ ਜਿਹੜਾ ਉਹ ਲੈਣਾ ਪਊਗਾ ਵੀ ਪਹਿਲਾਂ ਹੀ ਜਿਹੜੀ ਪਹਿਲ ਕਦਮੀ ਜਿਹੜੀ ਉਹ ਕਰਨ ਵੀ ਜਿਹੜੀ ਡਰਾਊਟ ਆ ਸੋਕੇ ਦੇ ਲਈ ਕਿੱਦਾਂ ਪ੍ਰਿਪੇਅਰ ਕਰਨਾ ਹੈ। ਕਹਿੰਦੇ ਖਾਸ ਕਰਕੇ ਜਿਹੜੇ ਛੋਟੇ ਪੇਂਡੂ ਇਲਾਕੇ ਹੈਗੇ ਆ ਉਹ ਸੋਕੇ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹਿੰਦੇ ਨੇ। ਸੋ ਵਾਟਰ ਏਜੰਸੀਜ਼ ਇਹ ਉਮੀਦ ਕਰਦੀਆਂ ਆ ਵੀ ਇਹ ਟਾਸਕ ਫੋਰਸ ਬਣਾਉਣ ਦੇ ਨਾਲ ਐਮਰਜੈਂਸੀ ਰਿਸਪੌਂਸ ਪਲਾਨਸ ਤੇ ਵਾਟਰ ਮੈਨੇਜਮੈਂਟ ਜਿਹੜੀ ਆ ਉਹ ਬੈਟਰ ਜਿਹੜੀ ਇਸ ਦੇ ਜ਼ਰੀਏ ਕੀਤੀ ਜਾ ਸਕਦੀ ਆ। ਸੋ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਹੁੰਦਾ ਹੈ। ਕਰਲਾ ਨਮੈਤ ਜਿਹੜੇ ਆ ਉਹ ਵਾਟਰ ਏਜੰਸੀਜ਼ ਦੇ ਡਾਇਰੈਕਟਰ ਆ, ਉਹਨਾਂ ਨੇ ਕਿਹਾ ਆ ਵੀ ਵਿੰਟਰ ਸਟਾਰਮਸ ਦੇ ਨਾਲ ਕਈ ਸਟੇਟ ਰਿਜ਼ਰਵਾਇਰਸ ਜਿਹੜੇ ਉਹ ਭਰੇ ਆ, ਪਰ ਕਿਉਂਕਿ ਪਿਛਲੇ 3 ਸਾਲਾਂ ਦੇ ਵਿੱਚ ਸੋਕਾ ਜਿਹੜਾ ਹੋ ਰਿਹਾ ਆ ਜਿਹੜਾ ਅਜੇ ਤੱਕ ਵੀ ਪੂਰਾ ਖਤਮ ਨਹੀਂ ਹੋਇਆ ਤੇ ਆਉਣ ਵਾਲੇ ਸਾਲ ਵੀ ਜਿਹੜੇ ਡਰਾਈ ਹੋ ਸਕਦੇ ਆ। ਸੋ ਇਸ ਟਾਸਕ ਫੋਰਸ ਦਾ ਕੰਮ ਬਹੁਤ ਅਹਿਮ ਰਹੇਗਾ। 26 ਕੁੱਲ ਮੈਂਬਰ ਇਸ ਦੇ ਵਿੱਚ ਦੱਸੇ ਜਾਂਦੇ ਨੇ। ਕੈਲੀਫੋਰਨੀਆ ਦੇ ਵਿੱਚ ਜੋ ਫ੍ਰਿਜਨੋ ਸ਼ਹਿਰ ਆ ਉਹ ਉੱਥੇ ਜੋ ਕੰਡੀਸ਼ਨ ਆ ਪੁਲਿਸ ਵਾਲਿਆਂ ਨੂੰ ਲੈ ਕੇ ਕਾਫੀ ਕੁਛ ਉੱਥੇ ਦੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਚੱਲ ਰਿਹਾ ਹੈਗਾ। ਅੱਜ 6 ਦੇ ਕਰੀਬ ਜੋ ਪੁਲਿਸ ਆਫੀਸਰਸ ਆ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਆ ਫ੍ਰਿਜਨੋ ਦੇ ਮੇਅਰ ਵੱਲੋਂ। ਕਹਿੰਦੇ ਭਈ ਕਈ ਹੋਰ ਪੁਲਿਸ ਆਫੀਸਰਸ ਨੂੰ ਡਿਸਿਪਲਿਨ ਵੀ ਕੀਤਾ ਗਿਆ ਹੈਗਾ ਆ। ਸੋ ਇਹ ਡਿਟੇਲ ਦੇ ਵਿੱਚ ਹਜੇ ਇਨਫੋਰਮੇਸ਼ਨ ਆਈ ਨਹੀਂ ਕਿਉਂਕਿ ਲੇਟੈਸਟ ਹੀ ਅੱਜ ਵੀ ਫਾਇਰ ਕਰ ਦਿੱਤਾ ਗਿਆ, ਕੁਛ ਨੂੰ ਡਿਸਿਪਲਿਨ ਕੀਤਾ ਗਿਆ ਹੈਗਾ। ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਕਿਉਂ ਇੰਨੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਕੁੱਲ 58 ਜਿਹੜੇ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਆ ਉਹਨਾਂ ਦੇ ਉੱਤੇ ਇਹ ਜਿਹੜੇ ਡਿਸਪਲਿਨਰੀ ਐਕਸ਼ਨ ਜਿਹੜਾ ਉਹ ਹੁਣ ਲਿਆ ਜਾਵੇਗਾ। ਪਲਨਾਡਾ ਸ਼ਹਿਰ ਮਰਸੈਟ ਦੇ ਵਿੱਚ ਜਿਹੜਾ ਕਾਊਂਟੀ ਦੇ ਵਿੱਚ ਉਹਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਜਿਹੜੇ ਉਹ ਆਏ ਸੀ, ਪਾਣੀ ਬਹੁਤ ਜ਼ਿਆਦਾ ਖੜ ਗਿਆ ਸੀਗਾ। ਉਹਦੇ ਵਿੱਚ ਦੱਸਿਆ ਜਾ ਰਿਹਾ ਵੀ ਕਹਿੰਦੇ ਵੀ ਪਲਨਾਡਾ ਦਾ ਐਲੀਮੈਂਟਰੀ ਸਕੂਲ ਹੁਣ ਵਰਤਣ ਲਾਇਕ ਵੀ ਨਹੀਂ ਰਿਹਾ। 90% ਪਲਨਾਡਾ ਦਾ ਐਲੀਮੈਂਟਰੀ ਸਕੂਲ ਆ ਉਹ ਅਨਯੂਜ਼ੇਬਲ ਬਣ ਚੁੱਕਾ ਹੈ। 9 ਐਟਮੋਸਫੇਰਿਕ ਰਿਵਰਸ ਤੋਂ ਬਾਅਦ 'ਚ ਇਸ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੜਿਆ ਸੀਗਾ। 3rd to 5th ਗ੍ਰੇਡ ਦੇ ਜਿਹੜੇ ਪਲਨਾਡਾ ਐਲੀਮੈਂਟਰੀ ਸਕੂਲ ਆ ਉਹਨਾਂ ਦੇ ਲਈ ਬੜੀ ਮੁਸ਼ਕਿਲ ਜਿਹੜੀ ਉਹ ਹੁਣ ਆਊਗੀ। ਕਹਿੰਦੇ ਵੀ ਸਿਰਫ ਕਿੰਡਰਗਾਰਟਨ ਦੇ ਜਿਹੜੇ ਸਕੂਲਸ ਆ ਉਹੀ ਸਰਵਾਈਵ ਕੀਤੇ ਆ, ਉਹਨਾਂ ਦੇ ਰੂਮਸ ਜਿਹੜੇ ਸਰਵਾਈਵ ਕੀਤੇ ਆ। ਤੇ ਹੁਣ ਜਿਹੜੇ ਪ੍ਰਿੰਸੀਪਲ ਨੇ ਪਲਨਾਡਾ ਐਲੀਮੈਂਟਰੀ ਸਕੂਲ ਦੇ ਜਿਹੜੇ ਕਿ 5 ਮਿੰਟ ਸਿਰਫ ਮਹਿਜ ਦੂਰ ਸਕੂਲ ਤੋਂ ਜਿਹੜੇ ਉਹ ਰਹਿੰਦੇ ਆ, ਉਹ ਕਹਿੰਦੇ ਵੀ ਇੰਨਾ ਜ਼ਿਆਦਾ ਪਾਣੀ ਖੜਿਆ ਆ ਵੀ ਸਕੂਲ ਹੀ ਇੱਕ ਹਿਸਾਬ ਦੇ ਨਾਲ ਅੱਧਾ ਟੋਟਲੀ ਨਸ਼ਟ ਜਿਹੜਾ ਹੋ ਚੁੱਕਾ ਆ। ਸੋ ਹੁਣ ਮਿਡਲ ਸਕੂਲ ਦੀਆਂ ਗਰਾਊਂਡਸ ਦੇ ਵਿੱਚ ਉਹਨਾਂ ਦੇ ਥਾਵਾਂ ਦੇ ਉੱਤੇ ਇਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਲਈ ਜਿਹੜਾ ਆ ਉਹ ਘੱਲਿਆ ਜਾ ਸਕਦਾ। ਕੁੱਲ 280 ਜਿਹੜੇ ਬੱਚੇ ਆ ਇਸ ਦੇ ਕਰਕੇ ਪ੍ਰਭਾਵਿਤ ਹੋਣਗੇ। ਜੀ ਇਕਨੋਮਿਕ ਬੈਰੋਮੀਟਰ ਦੇ ਮੁਤਾਬਕ ਕਹਿੰਦੇ ਭਈ ਜੋ ਇਕੋਨੋਮਿਸਟ ਆ ਉਹ ਵਾਰਨਿੰਗ ਦੇ ਰਹੇ ਆ ਵੀ ਯੂਐਸ ਬਹੁਤ ਜਲਦੀ ਰਿਸੈਸ਼ਨ ਦੇ ਵਿੱਚ ਚਲਾ ਜਾਊਗਾ ਕਿਉਂਕਿ ਪਹਿਲਾਂ ਤਾਂ ਇਹੀ ਆ ਰਹੀਆਂ ਵੀ ਹੋ ਸਕਦਾ ਰਿਸੈਸ਼ਨ ਨਾ ਆਵੇ। ਕਈ ਕਹਿੰਦੇ ਸੀ ਵੀ ਹੋ ਸਕਦਾ ਇਸ ਸਾਲ ਦੇ ਐਂਡ ਵਿੱਚ ਜਾਂ ਅਗਲੇ ਸਾਲ ਦੇ ਵਿੱਚ ਆਵੇ। ਇਵਨ ਦੋ ਅਮਰੀਕਾ ਆਫੀਸ਼ੀਅਲੀ ਰਿਸੈਸ਼ਨ ਦੇ ਵਿੱਚ ਹੈ ਨਹੀਂ, ਪਰ ਕਾਨਫਰੰਸ ਬੋਰਡ ਜੋ ਲੀਡਿੰਗ ਇਕਨੋਮਿਕ ਇੰਡੈਕਸ ਆ ਉਹ 10ਵੇਂ ਮਹੀਨੇ ਲਗਾਤਾਰ ਥੱਲੇ ਡਿੱਗਿਆ ਹੈਗਾ। ਦਸੰਬਰ ਦੇ ਵਿੱਚ 1% ਡਿੱਗਿਆ ਜੋ ਕਿ ਰਾਈਟ ਨਾਓ 110.5 ਦੇ ਉੱਪਰ ਹੈਗਾ। ਕਹਿੰਦੇ ਭਈ ਔਨ ਐਵਰੇਜ ਇੰਡੈਕਸ ਯੂਜ਼ਲੀ ਪੀਕ ਕਰਦਾ ਹੁੰਦਾ ਆ ਰਿਸੈਸ਼ਨ ਆਉਣ ਤੋਂ ਪਹਿਲਾਂ। ਇਹ ਕਾਨਫਰੰਸ ਬੋਰਡ ਨੇ ਇਹ ਦੱਸਿਆ ਆ। ਇੰਡੈਕਸ ਜੋ ਆਲਰੇਡੀ ਕਹਿੰਦੇ ਪੀਕ ਕਰ ਚੁੱਕਾ ਆ ਫਰਵਰੀ 2022 ਦੇ ਵਿੱਚ ਤੇ ਸੋ ਰਿਸੈਸ਼ਨ ਆਉਣ ਦੇ ਪੂਰੇ ਚਾਂਸ ਬਣੇ ਹੋਏ ਹੈਗੇ। ਐਮਾਜ਼ੋਨ ਦੇ ਦੁਆਰਾ ਹੋਰ ਕੱਟਬੈਕਸ ਜਿਹੜੀਆਂ ਆ ਉਹ ਐਲਾਨ ਕੀਤੀਆਂ ਗਈਆਂ। ਬੇ ਏਰੀਏ ਦੀਆਂ ਵਿੱਚ ਕਹਿੰਦੇ ਆ ਵੀ ਨਵੀਆਂ ਟੈਕ ਲੇ ਆਫਸ ਜਿਹੜੀਆਂ ਹੁਣ
ਹੋ ਚੁੱਕੀਆਂ ਆ। ਸੋ 2 ਬੇ ਏਰੀਆ ਦੀਆਂ ਜਿਹੜੇ ਸ਼ਹਿਰ ਆ ਕਹਿੰਦੇ ਵੀ ਮਾਰਚ ਮਹੀਨੇ ਦੇ ਵਿੱਚ ਇਹਨਾਂ 'ਚ ਹੋਰ ਜ਼ਿਆਦਾ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਊਗਾ। ਕਹਿੰਦੇ ਘੱਟੋ ਘੱਟ 200 ਜਿਹੜੇ ਇੰਪਲੋਈਜ਼ ਆ ਸੈਨ ਫਰਾਂਸਿਸਕੋ ਤੇ ਸਨੀਵੇਲ ਇਲਾਕੇ ਦੇ ਵਿੱਚੋਂ ਇਹਨਾਂ ਨੂੰ ਹੁਣ ਬਾਹਰ ਤੋਰਿਆ ਜਾਊਗਾ। ਐਮਾਜ਼ੋਨ ਨੇ ਅਫੀਸ਼ੀਅਲ ਵਾਰਨ ਨੋਟਿਸਿਸ EDD ਨੂੰ ਆਲਰੇਡੀ ਇਸ ਬਾਬਤ ਜਿਹੜੇ ਉਹ ਘੱਲ ਦਿੱਤੇ ਆ। ਸੋ ਹਰਜੋਤ ਸਿੰਘ ਜੀ, ਕਾਫੀ ਹਲਚਲ ਜਿਹੜੀ ਉਹ ਮਚੀ ਆ। 2 ਲੱਖ ਤੋਂ ਵੱਧ ਲੋਕ ਆਲਰੇਡੀ ਜਿਹੜੇ ਆ ਉਹਨਾਂ ਨੂੰ ਪਿੰਕ ਸਲਿੱਪ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ। ਜੀ ਬਿਲਕੁਲ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਮੂਲ ਦੇ IT ਪ੍ਰੋਫੈਸ਼ਨਲ ਕੋਸ਼ਿਸ਼ਾਂ ਕਰ ਰਹੇ ਵੀ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਰਿਹਾ ਜਾ ਸਕਦਾ ਹੈ ਜੋ ਲੇ ਆਫ ਹੋ ਗਿਆ, ਕਿਉਂਕਿ ਉਹਨਾਂ ਨੂੰ 60 ਦਿਨਾਂ ਦੇ ਵਿੱਚ ਜੌਬ ਲੱਭਣੀ ਪੈਣੀ ਹੈਗੀ ਆ। ਜਿੰਨੇ ਵੀ ਬਿਜ਼ਨੈਸਿਸ ਆ ਉਹਨਾਂ ਦੇ ਸੰਬੰਧ ਦੇ ਵਿੱਚ ਇਕੋਨੋਮਿਸਟ ਨੇ ਉਹਨਾਂ ਦੇ ਸਰਵੇ ਕੀਤੇ ਆ। ਉਹਨਾਂ ਦੇ ਮੁਤਾਬਕ ਕਹਿੰਦੇ ਈਵਨ ਦੋ ਬਹੁਤ ਵੱਡੀ ਗਿਣਤੀ 'ਚ ਵੱਖ-ਵੱਖ ਕੰਪਨੀਆਂ ਦੀ ਲੇ ਆਫ ਹੋ ਚੁੱਕੀ ਆ। ਨੈਸ਼ਨਲ ਐਸੋਸੀਏਸ਼ਨ ਆਫ ਬਿਜ਼ਨਸ ਇਕਨੋਮਿਕਸ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਨਇੰਪਲੋਇਮੈਂਟ ਹੋਰ ਵਧੂਗੀ ਤੇ ਇਹ ਹਜੇ ਸ਼ੁਰੂਆਤ ਹੋਈ ਆ ਜੋ ਉਹਨਾਂ ਨੇ ਅੱਜ ਇਸ ਦੇ ਬਾਰੇ ਰਿਪੋਰਟ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਈਲਨ ਮਸਕ ਆ ਉਹ ਰੀਸੈਂਟਲੀ ਇੱਕ ਵਾਰੀ ਫਿਰ ਫੈਡਰਲ ਕੋਰਟ ਦੇ ਵਿੱਚ ਪੇਸ਼ ਜਿਹੜੇ ਹੋਏ ਆ, ਉਹਨਾਂ ਨੇ ਟੈਸਟੀਫਾਈ ਜਿਹੜਾ ਉਹ ਕੀਤਾ ਹੈ। ਇਹ 2018 ਦਾ ਪੁਰਾਣਾ ਜਿਹੜਾ ਉਹ ਮਾਮਲਾ ਆ ਜਿਸ ਵਿੱਚ ਟੈਸਲਾ ਨੂੰ ਪ੍ਰਾਈਵੇਟ ਲੈ ਕੇ ਜਾਣ ਦੀ ਜਿਹੜੀ ਚਰਚਾ ਆ ਉਹ ਤੁਰੀ ਸੀ। ਇਹ ਅੱਜ ਜਦੋਂ ਟੈਸਟੀਫਾਈ ਉਹਨਾਂ ਨੇ ਕੀਤਾ, ਕਹਿੰਦੇ ਵੀ ਮੇਰਾ ਇਹ ਇਰਾਦਾ ਸੀਗਾ ਜਿਹਨੂੰ ਮੈਂ ਪ੍ਰਾਈਵੇਟ ਲੈ ਕੇ ਜਾਣਾ ਚਾਹੁੰਦਾ ਹਾਂ। ਸਾਊਦੀ ਅਰੇਬੀਆ ਪਬਲਿਕ ਇਨਵੈਸਟਮੈਂਟ ਫੰਡ ਦੇ ਨਾਲ ਜਦੋਂ ਮੀਟਿੰਗਸ ਦੇ ਵਿੱਚ ਗੱਲਬਾਤ ਕਰ ਰਹੇ ਸੀ ਉਦੋਂ ਇਹ ਚਰਚਾ ਜਿਹੜੀ ਉਹ ਤੁਰੀ ਸੀ। ਕਹਿੰਦੇ ਵੀ ਮੈਂ SpaceX ਦੇ ਸ਼ੇਅਰਸ ਵੇਚ ਕੇ ਇਸ ਨੂੰ ਪ੍ਰਾਈਵੇਟ ਲੈ ਕੇ ਜਾਣ ਬਾਰੇ ਜਿਹੜਾ ਉਹ ਸੋਚ ਰਿਹਾ ਸੀ। 51 ਸਾਲਾਂ ਦੇ ਇਸ ਬਿਲੀਅਨੇਅਰ ਦੇ ਉੱਤੇ ਕਲਾਸ ਐਕਸ਼ਨ ਲਾਸੂਟ ਜਿਹੜਾ ਉਹ ਫਾਈਲ ਕੀਤਾ ਗਿਆ ਹੈ ਟੈਸਲਾ ਦੇ ਇਨਵੈਸਟਰਸ ਦੇ ਦੁਆਰਾ, ਜਿਸ ਵਿੱਚ ਇਨਵੈਸਟਰਸ ਦਾ ਇਹ ਕਥਿਤ ਤੌਰ ਤੇ ਦਾਵਾ ਆ ਵੀ ਟਵੀਟ ਕਰਕੇ ਇਸ ਨੇ ਸਾਨੂੰ ਮਿਸਲੀਡ ਜਿਹੜਾ ਉਹ ਕੀਤਾ ਸੀਗਾ ਵੀ ਉਸ ਦੀ ਫੰਡਿੰਗ ਜਿਹੜੀ ਆ ਉਹ ਸਿਕਿਉਰ ਹੋ ਚੁੱਕੀ ਆ ਟੈਸਲਾ ਨੂੰ ਪ੍ਰਾਈਵੇਟ ਲੈ ਕੇ ਜਾਣ ਦੇ ਲਈ $420 ਪਰ ਸ਼ੇਅਰ ਦੇ ਮਾਮਲੇ ਵਿੱਚ, ਜੋ ਕਿ ਕਹਿੰਦੇ ਇਨਵੈਸਟਰਸ ਕਹਿੰਦੇ ਆ ਵੀ ਇਸ ਨੇ ਝੂਠ ਬੋਲਿਆ ਹੈਗਾ। ਸੋ ਉਸੇ ਮਾਮਲੇ ਵਿੱਚ ਜਿਹੜੀ ਹੁਣ ਫੈਡਰਲ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਸੋ ਸਮਾਂ ਸਾਡਾ ਜੋ ਸਟਾਕ ਮਾਰਕੀਟ ਨੂੰ ਅਪਡੇਟ ਕਰਦਾ ਆ ਗਿਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਜੇ ਸਟਾਕ ਮਾਰਕੀਟ ਦੇ ਵਿੱਚ ਨਜ਼ਰ ਮਾਰਦੇ ਜਾਈਏ ਤਾਂ ਇਸ ਵੀਕ ਦੀ ਸ਼ੁਰੂਆਤ ਤੋਂ ਹੀ ਥੋੜ੍ਹਾ ਜਿਹਾ ਤਾਂ ਨੂੰ ਜਿਹੜੀ ਸਟਾਕ ਮਾਰਕੀਟ ਜਿਹੜੀ ਉਹ ਗਈ ਆ। ਡਾਓ ਜੋਨ 254 ਪੁਆਇੰਟ ਵਧਿਆ ਆ 33,630 ਦੇ ਉੱਤੇ ਬੰਦ ਹੋਇਆ। S&P 47 ਪੁਆਇੰਟ ਵੱਧ ਕੇ 4020 ਦੇ ਉੱਤੇ, ਨੈਸਡੈਕ 200 ਤੇ 24 ਪੁਆਇੰਟ ਵੱਧ ਕੇ 11,364 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1936 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.52% ਦੇ ਉੱਤੇ ਰਹੀ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 23,083 ਤੇ ਇਥੀਰੀਅਮ $1638 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $81 ਤੇ 49 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।